ਏਕਾ ਮਾਈ ਜੁਗਤ ਵਿਆਈ, ਤਿਨ ਚੇਲੇ ਪਰਵਾਣ। ਇਕ ਸੰਸਾਰੀ ਇਕ ਭੰਡਾਰੀ, ਇਕ ਲਾਏ ਦੀਵਾਨ। ਜਿਉ ਤਿਸ ਭਾਵੈ ਤਿਵੇਂ ਚਲਾਵੇ, ਜਿਉ ਹੋਵੈ ਫੁਰਮਾਨ। ਉਹ ਵੇਖੈ ਉਨਾ ਨਦਰ ਨ ਆਵੇ, ਬਹੁਤਾ ਏਉ ਵਿਡਾਣ। ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਏਸ। ਸੰਸਾਰ ਦੀ ਉਤਪਤੀ, ਰਚਨਾ ਤੇ ਗਰਦਿਸ਼ ਦੇ ਸੰਬੰਧ ਵਿੱਚ ਜੋ ਜੋਗੀਆਂ ਨੇ ਜਗਤ ਨੂੰ ਵਿਚਾਰ ਦਿੱਤੇ ਨੇ, ਉਸ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਵਿਚਾਰ ਦੇ ਰਹੇ ਨੇ ਤੇ ਜੋਗੀਆਂ ਨੂੰ ਸਮਝਾ ਰਹੇ ਨੇ। ਪ੍ਰਾਚੀਨ ਸਮੇਂ ਤੋਂ ਇੱਕ ਕਹਾਵਤ ਚਲੀ ਆ ਰਹੀ ਹੈ ਕਿ ਮਾਦਾ ਪ੍ਰਕਿਰਤੀ ਯੁਗਤੀ ਦੇ ਨਾਲ ਪ੍ਰਸੂਤ ਹੋਈ ਤੇ ਉਸ ਤੋਂ ਤਿੰਨ ਸ਼ਕਤੀਆਂ ਨੇ, ਤਿੰਨ ਚੇਲਿਆਂ ਨੇ ਜਨਮ ਲਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਵਾਲਾ ਦੇ ਕੇ ਫਿਰ ਆਪਣੀ ਵਿਚਾਰ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਜੁਗਤੀ ਦੇ ਨਾਲ ਵਿਆਹੀ ਪ੍ਰਸੂਤ ਹੋਈ ਇਹ ਮਾਇਆ, ਇਹ ਮਾਦਾ, ਇਹ ਪ੍ਰਕਿਰਤੀ। ਤੇ ਫਿਰ ਬਣੇ ਤਿੰਨ ਚੇਲੇ ਪਰਵਾਣ, ਪਰਮਾਣਿਕ। ਤਿੰਨ ਚੇਲਿਆਂ ਦਾ, ਸਿਰਮੌਰ ਤਿੰਨ ਦੇਵਤਿਆਂ ਦਾ ਜਨਮ ਹੋਇਆ, ਜਿਨ੍ਹਾਂ ਦੇ ਨਾਲ ਲਕਬ ਜੁੜੇ ਕਿ ਇੱਕ ਸੰਸਾਰੀ ਹੈ, ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਤੇ ਇੱਕ ਪਰਲੇ ਕਰਨ ਵਾਲਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਥੇ ਤੱਕ ਵਿਚਾਰ ਜਗਤ ਦੀ ਹੈ, ਜੋਗੀਆਂ ਦੀ ਹੈ, ਸੰਸਾਰ ਦੀ ਹੈ। ਔਰ ਇਸ ਸੰਸਾਰ ਦੇ ਵਿਚਾਰ ਨੂੰ ਸਾਹਮਣੇ ਰੱਖ ਕੇ ਮੇਰੇ ਪਾਤਸ਼ਾਹ ਫਿਰ ਆਪਣੀ ਵਿਚਾਰ, ਆਪਣੇ ਖਿਆਲ, ਆਪਣਾ ਜਵਾਬ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ। ਇਤਨੀ ਗੱਲ ਤੇ ਸਪਸ਼ਟ ਹੈ ਕਿ ਜੋਗੀਆਂ ਦੀ ਪਕੜ ਦੇ ਚ ਇੱਕ ਗੱਲ ਆਈ ਕਿ ਸ਼ਕਤੀਆਂ ਤਿੰਨ ਹੀ ਨੇ ਤੇ ਕਿਰਿਆ ਸਿਰਫ ਤਿੰਨ ਤਰ੍ਹਾਂ ਦੀ ਹੋ ਰਹੀ ਹੈ। ਜੀਵ ਜੰਮ ਰਹੇ ਨੇ, ਜੀਵ ਟਿਕ ਰਹੇ ਨੇ, ਜੀਵ ਮਿਟ ਰਹੇ ਨੇ। ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਬਣ ਰਹੇ ਨੇ, ਟਿਕ ਰਹੇ ਨੇ, ਮਿਟ ਰਹੇ ਨੇ। ਪਸ਼ੂ ਪੰਖੀ ਜਨਮ ਲੈ ਰਹੇ ਨੇ, ਟਿਕ ਰਹੇ ਨੇ, ਫਿਰ ਮਿਟ ਰਹੇ ਨੇ। ਇਹ ਨਿਯਮ ਤਿੰਨ ਤਰ੍ਹਾਂ ਦਾ, ਜਨਮਣਾ, ਜੀਵਣਾ ਤੇ ਮਿਟ ਜਾਣਾ, ਸਾਰਿਆਂ ਤੇ ਲਾਗੂ ਹੈ ਔਰ ਸਾਰਿਆਂ ਦੀ ਬਕਾਇਦਾ ਆਪਣੀ ਉਮਰ ਹੈ। ਤਿੰਨ ਚੇਲੇ ਪਰਵਾਣ, ਪਰਮਾਣਿਕ। ਇਹ ਤਿੰਨ ਚੇਲੇ ਨੇ। ਦਰਅਸਲ ਤਿੰਨਾਂ ਦੀ ਹੀ ਗਿਣਤੀ ਕਰੀਬਨ ਸਾਰੇ ਵਿਦਵਾਨਾਂ ਨੇ ਪ੍ਰਕਿਰਤੀ ਦੇ ਸੰਬੰਧ ਵਿੱਚ ਕੀਤੀ ਹੈ। ਉਹਨਾਂ ਨੇ ਪ੍ਰਕਿਰਤੀ ਦੇ ਗੁਣ ਵੀ ਤਿੰਨ ਮੰਨੇ, ਰਜੋ, ਤਮੋ, ਸਤੋ। ਸਰੀਰ ਵੀ ਤਿੰਨਾਂ ਦਾ ਜੋੜ ਹੈ। ਮਨ ਹੈ ਔਰ ਅਸਥੂਲ ਮਾਦਾ ਹੈ ਸਰੀਰ, ਤੇ ਫਿਰ ਆਤਮਾ। ਇੱਕ ਨੂੰ ਵੀ ਅਲੱਗ ਕਰ ਦਈਏ ਤੇ ਹੋਂਦ ਕਾਇਮ ਰੱਖਣੀ ਬਹੁਤ ਔਖੀ ਹੋ ਜਾਂਦੀ ਹੈ। ਆਤਮਾ ਹੈ, ਮਨ ਹੈ, ਸਰੀਰ ਹੈ। ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ, ਮਾਜ਼ੀ, ਹਾਲ, ਮੁਸਤਕਬਿਲ, ਭੂਤ, ਭਵਿਸ਼, ਵਰਤਮਾਨ। ਇਸੇ ਤਰੀਕੇ ਨਾਲ ਦੇਖਿਆ ਜਾਏ, ਜੋ ਸਰੀਰ ਦੇ ਵਿੱਚ, ਜੀਵਨ ਦੇ ਵਿੱਚ ਚੱਲ ਰਹੀ ਚੇਤਨਾ ਹੈ, ਉਹਦੀਆਂ ਹਾਲਤਾਂ ਵੀ ਤਿੰਨ ਨੇ, ਜਾਗਰਤ, ਸਵਪਨ, ਸਖੋਪਤ। ਤੇ ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਝ ਜਗਤ ਦੇ ਵਿੱਚ ਹੋ ਰਿਹਾ ਹੈ, ਉਹਦੇ ਚ ਵੀ ਕਿਰਿਆਵਾਂ ਤਿੰਨ ਨੇ। ਜੀਵ ਜੰਮ ਰਹੇ ਨੇ, ਜੀਵ ਬਣ ਰਹੇ ਨੇ ਔਰ ਉਹਨਾਂ ਦੀ ਪਾਲਣਾ ਹੋ ਰਹੀ ਹੈ, ਟਿਕ ਰਹੇ ਨੇ, ਫਿਰ ਮਿਟ ਜਾਂਦੇ ਨੇ।
ਜੋਗੀਆਂ ਤੇ ਕੁਛ ਆਮ ਪ੍ਰਾਚੀਨ ਸੰਤਾਂ ਦੇ ਮਨ ਵਿੱਚ ਖਿਆਲ ਆਇਆ, ਜੋ ਜਨਮ ਦੇ ਰਿਹਾ ਹੈ ਹੋ ਹੀ ਨਹੀਂ ਸਕਦਾ ਕਿ ਉਹੀ ਮਾਰ ਰਿਹਾ ਹੈ, ਕਿਉਂਕਿ ਉਹਨੂੰ ਮਾਰਨ ਦਾ ਫਿਰ ਕੀ ਪ੍ਰਯੋਜਨ ਹੋ ਗਿਆ, ਕਿਉਂਕਿ ਜਨਮ ਉਸਨੇ ਦਿੱਤਾ ਹੈ। ਜਿਸਨੇ ਜਨਮ ਦਿੱਤਾ ਹੈ ਮਾਰਨ ਦਾ ਸਵਾਲ ਨਹੀਂ ਪੈਦਾ ਹੁੰਦਾ। ਤੋ ਜਨਮ ਕੋਈ ਹੋਰ ਦੇ ਰਿਹਾ ਹੈ, ਪਰਲੇ ਕੋਈ ਹੋਰ ਕਰ ਰਿਹਾ ਹੈ, ਤੇ ਫਿਰ ਹੋਰ ਪਕੜ ਦੇ ਚ ਆਈ ਗੱਲ, ਪਾਲਣਾ ਕੋਈ ਹੋਰ ਕਰ ਰਿਹਾ ਹੈ। ਔਰ ਇਹ ਤਿੰਨ ਸ਼ਕਤੀਆਂ ਵੱਖ-ਵੱਖ ਨੇ। ਬਾਅਦ ਦੇ ਚ ਇਹਨਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ, ਬ੍ਰਹਮਾ, ਵਿਸ਼ਨ, ਮਹੇਸ਼। ब्रह्मा संसारी है, विष्णु भंडारी है, शंकर लय करने वाला है, परलय करने वाला है। तो एक जन्म देने वाला है, एक पालना करने वाला है, एक मौत देने वाला है। और इन्हां तिन्नां ही ख्यालां दे आधार दे उत्ते ये तीन देवते साडे देश दे विच प्रमाणिक मन्ने गए। ज्यादा मंदिर महादेव ते विष्णु दे ने, ब्रह्मा जी दे मंदिर भारत दे च नहीं ने। किधरे अखौती मंदिर एक अद मौजूद है। कारण जन्म हो गया, तो जन्म हो गया, हुण उस नाल कोई संबंध नहीं। हुण ते उस नाल संबंध होवेगा जो पालना करे या जिस तो मौत होनी है। जिथों जन्म हो गया, जिथों असी आ गए, उस नाल दोबारा ते कोई संबंध है नहीं। इस वास्ते ये बहुत वड्डा स्वार्थ समझो कि ब्रह्मे दे फिर कोई मंदिर नहीं बने, उदी पूजा भी नहीं हुई, किसी थां कोई उसकी आरती भी नहीं गायन होंदी। बाकी देवतियां दी तरह उन्हों कोई इष्ट रूप दे च भी नहीं मनदा। सिर्फ इतना ही ख्याल है कि वह वेदां दा रचयिता है, संसार दा रचयिता है, संसार नू बनाने वाला है। पाला पैना है उस नाल जिसने पालना करनी है। तो विष्णु दे बहुत मंदिर ने, बहुत मंदिर ने। पालना पदार्थ नाल होंदी है, पालना धन नाल होंदी है। तो फिर नारायण दे नाल लक्ष्मी है। लक्ष्मी तो मुराद पदार्थ, वस्तु, संपदा, जिस दे राही पालना होंदी है, जिस तो बिना जीवां दी पालना होनी अत्यंत कठिन है। तो लक्ष्मी नारायण, नारायण दी महिमा तां है कि लक्ष्मी है। ते लक्ष्मी तो बिना पालना हो नहीं सकती। धन पदार्थ तो बिना जीवां नूं तृप्त करना शरीरक तल ते बहुत औखा है। तो लक्ष्मी नारायण दी खूब पूजा हुई, खूब मंदिर, काफी उदी पूजा ते प्रतिष्ठा। लेकिन डरे हुए मनुखा ने, भयभीत मनुखा ने शंकर दी भी पूजा की थी। नारायण दी पूजा इस वास्ते हुई पालना होंदी रहे। शिवजी दी पूजा इस वास्ते हुई मौत तो बचीए, ये बाकियां दे घर ते जावे पर साडे घर ना आवे। इस वास्ते पूजा हुई, इस वास्ते सजदे होए। एक दी पूजा इस वास्ते हुई कि रोज साडे घर आवे। लक्ष्मी नारायण दा पूजन इस वास्ते कि रोज साडे घर आवन, क्योंकि नारायण आएगा लक्ष्मी आएगी, लक्ष्मी आएगी तो नारायण आएगा, पूजन चलिया, रोज पूजन चलिया, ये आवन। ते शंकर दी पूजा इस वास्ते हुई ये ना आवे, ये कम से कम साडे घर तो दूर रवे। ये मौत दा देवता है, ये परले दा देवता है। तखय्यल है कि ओदा वासा मसाना चाहता है, मुर्दे दियां खोपड़ियां ओ गल विच पाउंदा है। तो हकीकत है मौत दा आखिरी अंजाम ते मसान ही है, शमशान घाट है। शंकर दे आले दुआले जो प्रतीक कट्ठे कीते गए सारे दे सारे मौत दे, और विष्णु जी दे आले दुआले जिन्ने प्रतीक कट्ठे कीते गए वो जीवन दे ने। कमल फुल है, सोने दियां मोहरां अगों पईयां ने थाले दे। हाथी फुआर कर रहा है, बरखा कर रहा है, लक्ष्मी नाल खड़ी है, और कोई भगत जन बैठा है बीणा छेड़ रहा है, एक तारा छेड़ रहा है। ये सब जीवन दे प्रतीक ने, जिंदगी दे प्रतीक ने।
पर बैठे ने महादेव खामोश, अखां भी मूंद के बैठे ने, चुप बैठे ने, बेरौनकी है, तन ते सुआ मली हुई है। और ये प्रतीक है कि तन ने आखिर सुआ ही हो जाना है, राख ही हो जाना है। ये प्रतीक ने एक मौत दा प्रतीक, एक जीवन दा, एक जीवन दा इशारा कर रहा है, एक मौत दा। जद इस ढंग दे नाल छापे खाने नहीं सन, किताबां नहीं सन, लिखाई पढ़ाई नहीं सी, तो मनुखां दी दुनिया च चलदी सी इशारियां दी भाषा। और इस ढंग नाल मनुख नूं धार्मिक बोध भी कराया जांदा सी, संसार दा बोध भी कराया जांदा सी। सहजे सहजे तालीम पढ़न लिखण दा ते छापे खानियां दा जन्म होया, तो इशारियां दी भाषा दी थां ते शब्द भाषा, बोल चाल दी भाषा ने ले लई। लेकिन धार्मिक दुनिया दे ओ प्राचीन इशारे अज भी मौजूद ने। ये गल वखरी है कि समझण तो लोकी सहजे सहजे असमर्थ होंदे जा रहे ने और उन्होंने वास्तविक रूप दे जाते हैं, जबकि वास्तविक रूप मिथिहास बन जाता है, इतिहास नहीं, हकीकत नहीं। तो साहिब श्री गुरु नानक देव जी महाराज फरमान कर रहे हैं, आम प्राचीन जगत की ये प्रथा है कि ये प्रकृति, ये मादा युक्ति दे नाल प्रसूत होई। इस तो तीन चेले बने, ब्रह्मा, विष्णु ते महेश, जो प्रमाणिक ने। 33 करोड़ देवते दे ये तीन प्रमाणिक ने, सिरमौर ने। ते साहिब कहंदे ने एक नूं संसारी होण दा लकब दे दिता गया। संसारी होण तो मुराद सिर्फ संसार दी रचना ही कीती, जो रचयिता है, पालनहार नहीं है। इस ढंग नाल साहिब श्री गुरु नानक देव जी महाराज की दृष्टि तिन्ने ही अधूरे हो जाते हैं, क्योंकि जो रचना कर सकता है वो पालना नहीं कर सकता, जो पालना कर रहा है वो मौत नहीं कर सकता, और जो मौत कर रहा है वो सिरजना नहीं कर सकता। ये तीन एक एक शक्ति। साहिब श्री गुरु नानक देव जी महाराज कहते नहीं, हकीकत ये है जितों उत्पत्ति हो रही है पालना भी उस तो हो रही है, और जिस तो पालना हो रही है नाश भी उस तो हो रहा है। पर जे इत्थे सवाल खड़ा हो जाए कि जिस तो उत्पत्ति हो रही है मौत भी उस तो हो रही है, गल समझ दे च नहीं आउंदी। क्योंकि जिहड़ा बनाएगा वो मिटाएगा क्यों, और जिन्हें मिटाना ही है वो पालना क्यों करेगा। तो इहदे वास्ते गुरबाणी दा एक बड़ा सुंदर जवाब है कि ये परमात्मा दा कोई मुद्दा ते मकसद नहीं है, उसका एक खेल है। शौक दे नाल दरिया दे कंढे ते बच्चे अपने घर बनांदे ने, और जितनी शौक नाल बनांदे ने, जितने हस के बनांदे ने, उतनी हस के तोड़ देंदे ने। बनाण लगिया जो हासा मौजूद है, तोड़ लगिया भी वो खिलखिलाहट मौजूद है। जिहड़ी प्रसन्नता बनाण लगिया है, तोड़न लगिया भी वही प्रसन्नता है। और जितनी लगन ते मेहनत दे नाल बनाया है, उतने ही चाव मल्हार ते लगन नाल तोड़ देता है। क्या प्रयोजन है इस बच्चे का? अगर प्रयोजन होंदा, कुछ मुद्दा होंदा, मकसद होंदा, तो तोड़न लगे इसने रोना सी, तड़पना सी, बेजार होना सी। नहीं, ये उसका खेल है। तो साहब कहते आवन जान एक खेल बनाया, आगे आकारी कीनी माया। जगत दे आवना ते जावना परमात्मा दा एक खेल है, मकसद नहीं। जिस कम दे पिछे कुछ मकसद रख लईए उत्थे तनाव खड़ा हो जाता है। क्यों तनाव इस गल दा खड़ा हो जाता है, हुण मकसद दी पूर्ति होवेगी कि नहीं, क्योंकि मकसद रखे। ते जिसने जिस कम दे लई कुछ मकसद रखे, इहदा मतलब है उसने किधरे पहुंचना है, ते किधरे पहुंचना इस गल दा सबूत है जे रस्ते च है, अजे मंजिले मकसूद ते नहीं। ते परमात्मा दा भी कोई मकसद है, उसने भी किधरे पहुंचना है। ये ते फिर अधूरा हो गया, ये ते फिर अपने घर दे च नहीं है। अगर उसने भी कोई मुद्दा रखे है, मकसद रखे है, स्पष्ट गल है। जैसे जैसे मनुख जिस काम दे नाल मकसद जोड़दा है, तनाव ते खड़ा हो जाता है। हुण मकसद दी पूर्ति होवे तां ही मैनूं सफलता मिलेगी, तां ही मैं अगे वध सकांगा। ते जे मकसद दी पूर्ति ना होवे ते मायूसी होंदी है, उपरामता होंदी है। और अजे
मकसद दूर है, अजे प्रयोजन दूर है, मुद्दा मंजिल दूर है, लेकिन तनाव पहले ही खड़ा हो जाता है कि सफलता मिलेगी कि नहीं, मैं पहुंच सकांगा कि नहीं, मेरा पहुंचना ही मेरी सफलता है। ते जे परमात्मा दा ये सब कुछ करना भी किधरे पहुंचना है, तो इतनी गल स्पष्ट होएगी परमात्मा को अजे सफलता नहीं है, और वो भी दुबदा च पे है कि मैं सफल होवांगा कि नहीं। तो साहिब गुरु अर्जन देव जी कहते नहीं, जगत दी रचना दे संबंध च उसका कोई मकसद नहीं, उसका कोई मुद्दा नहीं, ये उसकी एक लीला है, ये उसका एक खेल है। आवन जान एक खेल बनाया, आ गया कारी केली माया। मुद्दा नहीं है उसका, कोई मकसद नहीं है, लेकिन बनाई जा रहे है। इस वास्ते परमात्मा दी दुनिया तनाव नहीं है, खिंचाव नहीं है। वो जिथे है अपने टिकाने ते, वो जिथे है प्रसन्न है, आनंद है, खुशी दे च है, खेड़े दे च है। साहिब श्री गुरु गोबिंद सिंह जी महाराज दा बड़ा मधुर कलाम कि मैं हूं परम पुरख को दासा, देखन आयो जगत तमाशा। ये जगत एक तमाशा है, ते मैं इस तमाशे नू वेखण वास्ते आया। दरअसल जो तमाशा वेखदा है वो ते प्रसन्न रहिंदा है, पर जो तमाशा बन जाता है वो लोगों की नज़रां च गिर जाता है, दुखी हो जाता है, बेजार हो जाता है। और गुरु गोबिंद सिंह जी महाराज दे ए वाक कह रहे ने, ऐ बंदे तमाशा वेख, तमाशा ना बना। कई बंदे तमाशा ही बन गए, उन्हां दा जीवना और रोजमर्रा दी तर्ज जिंदगी तमाशा बनी हुई है, और लोकी वेख वेख के खुश होंदे ने। जिन्हां नूं वेख वेख के दूजियां नूं प्रसन्नता मिले, समझ लो बंदा ते तमाशा बन गया, एक खेड बन गया। लड़ रहे ने घर दे च, पड़ोसियां नूं स्वाद आ रहा है, रस आ रहा है, हाथापाई कर रहे ने, गाली गलोच कर रहे ने, एक दूजे दे केस पुट रहे ने, एक दूजे नूं जख्मी कर रहे ने। हजारां दी भीड़ इकट्ठी हो गई है, तो हजारां लई ते तमाशा बन गए। साहिब कहंदे नहीं, ऐ बंदे जगत दे जो कुछ हो रहा है ये तमाशा है, और इस तमाशे नूं तू वेखण वाला बन, न कि तू खुद तमाशा बन। और भगत जना तो बाद कुछ दार्शनिक अजीम चिंतक जो जीवन दे गहरे तल दे झात मार सके, ये गल वखरी है कि जीवन दे गहरे तल दे जा ते नहीं सके, लेकिन झात मार सके ने। जो पहुंच गए ने जीवन दे गहरे तल दे, वो ते संत ने, भगत ने। पर जो झात मार सके ने वो दार्शनिक ने, महान दार्शनिक। तो ये दो श्रेणियां जगत दे महान ने। जो जीवन दे गहरे तल दे चले गए ये ते महान ने, पर जिन्हां ने झात मार के गहरा तल वेख लिया वो भी घट ने, वो भी महान ने। तो इस तरह की गहराई दे झाती मारी है उर्दू दे प्रसिद्ध शायर मिर्जा गालिब ने। वो कहंदा है, बाजी चाहे इतफाल है दुनिया मेरे आगे। ये सारी दुनिया मानिंद तिफल एक खेल है मेरे सामने, बच्चे दा खेल, तिफल बच्चा। अजीबो गरीब जो कुछ जगत दे च हो रहा है, ये सब कुछ मेरे लिए बच्चियां दे खेल तो ज्यादा कुछ नहीं है। और फिर अगां चल के कहंदा है, होता है शबो रोज तमाशा मेरे आगे। दिन ते रात ये तमाशा मेरे सामने हो रहा है। ये गल वखरी है कि रात दा तमाशा कुछ हो रहा है, दिन दा तमाशा कुछ हो रहा है। पर मैं देख रहा दिन दे तमाशे भी, रात दे तमाशे भी। फिर कहंदा एक खेल है औरंगे सुलेमा मेरे नजदीक, एक बात है अज्जाज मसीहा मेरे आगे। तख्ते सुलेमानी ये भी एक बच्चियां दा खेल है। राजनीतिक लिए ये खेल नहीं है, उदा तो एक मुद्दा है, मकसद है तख्ते सुलेमानी तक पहुंचना, तख्त तक पहुंचना। वो अपनी जिंदगी भी दाते ला सकता है। सफलता ना मिली उन्होंने बहुत दुख भी हो सकता है कई दिन मंजे तो ही ना उठ सके, इतनी उसनू चोट पहुंचे, इतनू उसनू आघात पहुंचे। क्योंकि तख्त तक पहुंचना
اس دا مقصد ہے. پر غالب کہندے نے اگر مینوں کوئی چک کے بھی بٹھا دے تو میں تے یہ سمجھاں گا یہ بھی ایک بچیاں دا کھیل ہے، اس تو زیادہ کچھ نہیں. تے جے دے لئی تخت سلیمانی ایک کھیل ہے تو او دے لئی تخت سلیمانی زندگی دا مدعا نہیں ہے، مقصد نہیں ہے. او دا مقصد کوئی اور ہوے گا، اے نہیں ہے. تو ایک کھیل ہے اورنگ سلیمان میرے نزدیک، ایک بات ہے اجاز مسیحا میرے آگے. آجاز معجزیاں دی جمع، معجزے کرامات. تو غالب کہندے نے حضرت عیسیٰ دے معجزے، معجزے کی قبر تے ہتھ لایا ہے مردہ زندہ ہو گیا ہے، بیمار دے سر تے ہتھ پھیریا ہے تندرست ہو گیا ہے، اندھے دیاں اکھاں تے ہتھ رکھیا ہے وہ سجاکھا ہو گیا ہے. غالب ہس کے کہندن اے بھی بچیاں دے کھیل تو زیادہ کچھ نہیں، سب کچھ ایک کھیل ہے. حضرت عیسیٰ دے معجزے، تخت سلیمانی، دن رات دے جو کچھ ہو رہا ہے سب کچھ ایک تماشا ہے. یہ گل وکھری ہے کہ جیون دے اس مہان گہرے تل نو جو مہا پرش ویکھ سکیا ہے اتھے تک پہنچیا تے نہیں، پر ویکھ لینا بھی کوئی گھٹ نہیں ہے، بہت وڈی سادھنا ہے. یہ گل وکھری ہے کہ دماغی سادھنا ہے. پر جنہاں نے ادھیاتمک سادھنا کی تھی، ہیم کنڈ دے تپیشور نے ہیم کنڈ دے بیٹھ کے انہیں جیون دے گہرے تل دے جھات نہیں ماری، وہ جیون دے گہرے تل دے پہنچے ہے. اس ٹھکانے تے پہنچ کے کہہ رہے ہے میں ہوں پرم پرک کو داسا، دیکھن آیو جگت تماشا. میں تماشا ویکھن واسطے آیا، میں تماشا خود نہیں ہاں. اگر وہ تماشا خود ہوندے تے جد 4 بچے شہید ہوئے تے روندے، تے جگت تے روندے آیاں نو ویکھ کے ہسدا ہے، کدی روندے آیاں نو ویکھ کے روندا نہیں ہے. اس واسطے عام کہاوت ہے تسی ہسو گے جگت نال ہسے گا، پر جد تسی روو گے جگت رون نو تیار نہیں ہوئے گا. رونے دی کون سانج پاندا ہے؟ ہاسے دی سانج پاندا ہے. جیون دی ساری سانج پاندے نے، موت دی کون سانج پاوے گا؟ نفے دی ساری سانج پاندے نے، نقصان دی کون سانج پاوے گا؟ سارے رشتے سکھ دے نے، دکھ دی رشتے داری کون جوڑے گا؟ صاحب گرو تیغ بہادر صاحب جی مہاراج دا فیصلہ، سکھ میں بہو سنگی بھے دکھ میں سنگ نہ کوئے، کہو نانک سن رے منا انت سہائی ہوئے. ہری دا بھجن کر ہے من، کہو نانک ہر بھج منا انت سہائی ہوئے. جگت تے سکھ دا سنگی ہے، اتنا وڈا سنگی ہے کہ سکھ میں آن ملت بہو بیٹھت رہت چہوں دس گھیرے. بہت لمبی چوڑی جڑی بھیڑ ہے تیرے آلے دوالے، کدرے اے نہ سمجھ نہیں کہ میرے سنگی ساتھی نے. گرو تیغ بہادر صاحب جی کہنے نہیں، سب سکھ دے ساتھی نے. اور جس دن تو دیکھیں گا کہ تیری جھولی چ سکھ نہیں رہے تو چراغ لے کے بھی نہ سنگیاں ساتھیاں نو ڈھونڈے گا، نہیں لبنے. یہ کسے پاسے ملنے نہیں. سارا شور شرابہ، ساری بھیڑ، سارا ورتن ولیوا، سارا سمبند سکھ دا ہے. سکھ میں آن ملت بہو بیٹھت رہت چہوں دس گہرے. تو صاحب گرو گوبند سنگھ جی مہاراج بچے شہید ہو گئے، پتا شہید ہو گئے، تے آپ دعوے نال کہندن چاہا شد کے چوں بچے گاں کشتا چار، کہ باقی بمان دست پیچیدہ مار، چے مردی کے اخگر خاموشاں کنی، کہ آتش دا مارا فیروزاں کنی. کی ہویا کہ بلدے ہوئے بھامبڑاں دے چوں 4 چنگاریاں بجھ گئیاں. یہ سب کچھ انہاں لئی ایک تماشا ہے. تو صاحب شری گرو نانک دیو جی مہاراج دا فرمان کہ پرچلت گاتھا تے اے ہے، اور خاص کر کے یوگیاں دے پرچار دے اے خاص گل آئی کہ اے مادہ، اے مایا جگتی نال پرسوت ہوئی، ویائی، اور اس تو 3 پرمانیک چیلیاں نے جنم لیا، جہدے وچ ایک سنساری ہے، ایک بھنڈاری ہے، اور ایک لے کرن والا ہے، ایک پرلے کرن والا ہے. پر حقیقت کی ہے صاحب کہنے جیوں تس بھاوے تیویں چلاوے، جیوں ہووے فرمان. حقیقت یہ ہے کہ پرماتما جویں چاہندا ہے
ਤਿਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ। ਜਿਵੇਂ ਉਸ ਦਾ ਹੁਕਮ ਹੈ ਤਿਵੇਂ ਹੀ ਜਗਤ ਦੇ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ। ਉਸ ਤੋਂ ਬਿਨਾਂ ਹੋਰ ਕੁਝ ਨਹੀਂ। ਉਸ ਤੋਂ ਹੀ ਉਤਪਤੀ ਹੋ ਰਹੀ ਹੈ, ਉਸ ਤੋਂ ਹੀ ਪਾਲਣਾ ਹੋ ਰਹੀ ਹੈ, ਉਸ ਤੋਂ ਹੀ ਨਾਸ ਹੋ ਰਿਹਾ ਹੈ, ਕਿਉਂਕਿ ਉਸ ਦਾ ਕੋਈ ਮੁੱਦਾ ਨਹੀਂ। ਉਸ ਲਈ ਇਹ ਸਭ ਕੁਝ ਤਮਾਸ਼ਾ ਹੈ, ਉਸ ਲਈ ਸਭ ਕੁਝ ਇਹ ਖੇਲ ਹੈ। ਇੱਕ ਮਿੱਥ ਹੈ ਬੜੀ ਸੁੰਦਰ ਕਿ ਇੱਕ ਦਫਾ ਸ਼ਿਵ ਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਹੈ ਮੌਤ ਦੀ, ਮੈਂ ਜਿਸ ਘਰ ਦੇ ਚ ਜਾਣਾ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ, ਇਹ ਮੈਨੂੰ ਚੰਗਾ ਨਹੀਂ ਲੱਗਦਾ, ਤੇ ਮੇਰੀ ਸੇਵਾ ਬਦਲ ਦਿੱਤੀ ਜਾਏ। ਜਿਹੜਾ ਕੰਮ ਇੰਦਰ ਨੂੰ ਸੌਂਪਿਆ ਗਿਆ ਹੈ ਬਰਖਾ ਕਰਨ ਦਾ, ਇਹ ਕੰਮ ਮੈਨੂੰ ਦਿੱਤਾ ਜਾਏ। ਤਾਂ ਪ੍ਰਮਾਤਮਾ ਨੇ ਆਖਿਆ, ਸ਼ੰਕਰ ਬਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ, ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ, ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ। ਪਰ ਸ਼ਿਵ ਜੀ ਨੇ ਹਟ ਕੀਤੀ, ਨਹੀਂ, ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ, ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ। ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ। ਅੱਛਾ, ਹੁਣ ਆਇੰਦਾ ਤੋਂ ਬਰਖਾ ਤੂੰ ਕਰੇਗਾ। ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ, ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ, ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ। ਤਥਾ ਉਸ ਤੋਂ ਕਰ ਦਿੱਤਾ ਗਿਆ, ਠੀਕ ਹੈ ਤੂੰ ਡਮਰੂ ਵਜਾਏਗਾ ਬਰਖਾ ਹੋਵੇਗੀ। ਮਾਤ ਲੋਕ ਦੇ ਚ ਆਏ ਸ਼ਿਵ ਜੀ, ਮਿਥਿਹਾਸ ਕਿਸਾਨ ਲੋਕ ਹਲ ਚਲਾ ਰਹੇ ਸਨ। ਤਾਂ ਸ਼ਿਵ ਜੀ ਕਹਿਣ ਲਗੇ, ਸੁਣੋ ਹਲ ਨਾ ਚਲਾਓ, ਕਿਉਂ? 13 ਸਾਲ ਤੱਕ ਮੀਂਹ ਨਹੀਂ ਪੈਣਾ, ਬਰਖਾ ਮੇਰੇ ਹੱਥ 'ਚ ਲੈ ਕੇ ਵਰ ਆਇਆ ਹੈ ਬਰਖਾ ਦਾ, ਕਰ ਰਿਹਾ ਹੈ ਮੌਤ ਆਪਣੇ ਸੁਭਾਅ ਦੇ ਮੁਤਾਬਕ। 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ, ਤੇ ਸ਼ਿਵ ਜੀ ਗੁੱਸੇ 'ਚ ਆ ਕੇ ਕਹਿਣ ਲੱਗੇ, ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ, ਤੇ ਬੀਜ ਕਿਉਂ ਰੋਲ ਰਹੇ ਹੋ ਜ਼ਮੀਨ ਦੇ 'ਚ, ਕਿਉਂ ਨਾਸ ਕਰ ਰਹੇ ਹੋ, ਕਿਉਂ ਆਪਣਾ ਨੁਕਸਾਨ ਕਰ ਰਹੇ ਹੋ? ਤਾਂ ਕਿਸਾਨ ਕਹਿਣ ਲੱਗੇ, ਜੇ ਰੱਬ ਚਾਹੇਗਾ ਤੇ ਬਿਨਾਂ ਮੀਂਹ ਤੇ ਵੀ ਬੀਜ ਉਗਾਣਗੇ, ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਮੀਂਹ ਪੈਣਾ ਹੈ, ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ, ਹਲ ਚਲਾਇਆ ਨਾ, ਤਾਂ ਅਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ, ਸਾਡੀ ਸੰਤਾਨ ਭੁੱਲ ਜਾਵੇਗੀ, ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ। ਥੋੜੇ ਜਿਹਾ ਸ਼ਿਵ ਜੀ ਅੱਗੇ ਚਲੇ ਗਏ, ਰੁੱਖ ਦੇ ਥੱਲੇ ਬੈਠੇ, ਤੇ ਖਿਆਲ ਆਇਆ ਜੇ ਕਿਧਰੇ ਮੈਂ 13 ਸਾਲ ਡਮਰੂ ਵਜਾਇਆ ਨਾ ਤੇ ਮੈਂ ਵਜਾਣਾ ਭੁੱਲ ਜਾਵਾਂਗਾ। ਤਾਂ ਇੱਕਦਮ ਝੋਲੀ ਦੇ ਚੋਂ ਡਮਰੂ ਕੱਢਿਆ ਔਰ ਉਹਨੂੰ ਵਜਾਣ ਲੱਗ ਪਏ, ਤੇ ਵਜਾਉਂਦੇ ਆਈ ਮੀਂਹ ਪੈ ਗਿਆ। ਗੁੱਸੇ 'ਚ ਆਇਆ ਵੀ ਮੇਰੀ ਚਾਹਤ ਤੋਂ ਬਿਨਾ ਕਿਸ ਤਰ੍ਹਾਂ ਹੋਇਆ, ਅਲਹਾਮ ਹੋਇਆ, ਆਕਾਸ਼ਵਾਣੀ ਹੋਈ, ਤੂੰ ਹੀ ਵਰ ਲਿਆ ਸੀ ਜਦ ਮੈਂ ਡਮਰੂ ਵਜਾਵਾਂ ਉਦੋਂ ਬਰਖਾ ਹੋਵੇ, ਤਾਂ ਹੋ ਗਈ ਇਹ ਬਰਖਾ। ਸ਼ਿਵ ਜੀ ਦੇ ਹੱਥ ਜੁੜ ਗਏ, ਕਹਿਣ ਲੱਗੇ, ਨਹੀਂ, ਇਹ ਤੇ ਜੋ ਕੁਝ ਤੂੰ ਚਾਹੁੰਦਾ ਹੈ ਉਹੀ ਕੁਝ ਹੁੰਦਾ ਹੈ, ਜੋ ਕੁਝ ਅਸੀਂ ਚਾਹੁੰਦੇ ਹਾਂ ਉਹ ਕੁਝ ਨਹੀਂ ਹੁੰਦਾ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ, ਜਿਉਂ ਤਿਸ ਭਾਵੇ ਤਿਵੇਂ ਚਲਾਵੇ, ਜਿਉਂ ਹੋਵੇ ਫਰਮਾਨ। ਜਿਵੇਂ ਉਸ ਨੂੰ ਭਾਵਦਾ ਹੈ ਤੇ ਜਿਵੇਂ ਉਸ ਦਾ ਹੁਕਮ ਹੈ, ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ ਹੈ, ਤੇ ਤਿਵੇਂ ਹੀ ਉਸੇ ਤਰੀਕੇ ਨਾਲ ਹੀ ਜਗਤ ਦੇ ਸਭ ਕੁਝ ਹੋ ਰਿਹਾ ਹੈ। ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵਡਾਣ। ਬਹੁਤੀ ਅਚਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ, ਸਾਰੇ ਜੀਵਾਂ ਨੂੰ ਵੇਖਦਾ ਹੈ, ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ। ਉਹ ਵੇਖ ਰਿਹਾ ਹੈ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ। ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ ਸਭ ਤੋਂ ਵੱਡਾ ਵਿਡਾਣ ਹੈਰਾਨ ਕੁਣ ਖੇਲ ਜਿਹੜਾ ਹੈ ਉਹ ਇਹੀ ਹੈ ਕਿ ਉਹ ਹਰ ਇੱਕ ਦੇ ਉੱਤੇ ਨਿਗਾਹ ਰੱਖੀ ਬੈਠਾ ਹੈ, ਲੇਕਿਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ, ਅਕਾਲ ਪੁਰਖ ਨਹੀਂ। ਆਦੇਸ਼ ਤੇ ਸੇ ਆਦੇਸ਼, ਆਦੇਸ਼ ਹੈ, ਸਜਦਾ ਹੈ ਉਸ ਨੂੰ, ਕਿਸ ਨੂੰ? ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ, ਔਰ ਜੋ ਧਬਿਆਂ ਤੋਂ ਰਹਿਤ ਹੈ, ਨਾਸ ਤੋਂ ਰਹਿਤ ਹੈ, ਤੇ ਜਿਸ ਦਾ ਵੇਸ ਸਮੁੱਚੇ ਜੁਗਾਂ ਜੁਗਾਂਤਰਾਂ ਦੇ ਚ ਇੱਕੋ ਹੀ ਹੈ। ਆਦੇਸ਼ ਤੇ ਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।